हम मैले तुम उजल करते, हम निर्गुण तू दाता। हम मूर्ख तुम चतुर सियाणे, तुम सर्व कला का ज्ञाता। माधो हम ऐसे तू ऐसा, हम पापी तुम पाप खंडन। निको ठाकर देशा उजल कर देवो, हम मैले उजल कर देवो। सब साजे साज निवाजे, जियो पिंड दे प्राणा। निर्गुण यारे गुण नहीं कोई, तुम दान देओ मेहरबान। संगत अपने ख्यालों नूं बाहरों रोकने की खेचल करो। जितनी देर तक ख्याल बाहरों नहीं रुकता हुंदा, शब्द नाल नहीं जुड़िया करता। शब्द नाल जुड़े बिना शब्द दा आनंद नहीं प्राप्त हुंदा। और गुरु बाबा जी की शिक्षा जो उस जीव नूं लोक सुखी परलोक सुहेला बनाने वाली है, उसकी समझ नहीं आया करती। तो ख्याल का बाहरों रोकना सत्संगी पुरुष वास्ते अति जरूरी है। जिमें स्कूलों कॉलेजों विच विद्यार्थी स्टूडेंट्स पहुँचते हैं, अपने क्लासरूम विच बहते हैं, उत्थे उस्ताद प्रोफैसर या प्रिंसीपल लेक्चर करते हैं। जेड़े बच्चे ध्यान दे के उस लेक्चर को अटेंड करते हैं, वही पूरा पूरा लाभ उठाया करते हैं। इसी तरह ही इस सत्संग भी स्कूल ते कॉलेज इकट्ठा ही गए, जिथे कच्ची तो ला के MA तक की पढ़ाई होंदी है। रूहानी स्कूल कॉलेज है गुरु बाबे का। हर किस्म के विद्यार्थी अधिकारी इस स्थान विच हुंदे हैं। उन्हां स्कूलों कॉलेजों नाल फर्क इतना है, उत्थे अलहदा अलहदा मजमून, अलहदा अलहदा सब्जैक्ट्स और अलहदा अलहदा कमरे होंदे हैं।
ਔਰ ਉਸਤਾਦ ਵੀ ਆਪਣਾ ਅਲੱਗ-ਅਲੱਗ ਸਬਜੈਕਟ ਪੜ੍ਹਾਉਣ ਵਾਲੇ ਹੁੰਦੇ ਹਨ। ਇਹ ਗੁਰੂ ਬਾਬੇ ਦੇ ਸਕੂਲ ਵਿੱਚ, ਕਾਲਜ ਵਿੱਚ ਕੱਚੀ ਤੋਂ ਲਾ ਕੇ MA ਤੱਕ ਇੱਕੋ ਥਾਂ ਹੀ ਸਾਰੇ ਵਿਦਿਆਰਥੀ ਔਰ ਸਟੂਡੈਂਟਸ ਇਕੱਠੇ ਹੀ ਰੂਹਾਨੀ ਸਿੱਖਿਆ ਹਾਸਲ ਕਰਦੇ ਹਨ। ਤਾਂ ਇਹਨਾਂ ਵਾਸਤੇ ਵੀ ਇਤਨਾ ਹੀ ਜ਼ਰੂਰੀ ਹੈ ਖਿਆਲ ਦਾ ਰੋਕਣਾ ਜਿਤਨਾ ਕਿ ਉਹਨਾਂ ਵਾਸਤੇ ਸੀ। ਆ ਹੁਣ ਧਿਆਨ ਦਿਓ, ਇਹ ਜੀਵ ਆਜ਼ਾਦ ਆਸਮਾਨੀ ਮੰਡਲਾਂ ਦਾ ਸੁਨਹਿਰੀ ਪੰਛੀ ਇਸ ਹੱਡ-ਮਾਸ ਦੇ ਪਿੰਜਰੇ ਵਿੱਚ ਦੇਖੋ ਕਿਵੇਂ ਕੈਦ ਹੋ ਗਿਆ, ਕਿਵੇਂ ਅਨੇਕਾਂ ਦੁੱਖਾਂ ਆਦੀਆਂ ਵਿਆਧੀਆਂ ਉਪਾਧੀਆਂ ਦੇ ਸ਼ਿਕਾਰ ਹੋ ਗਿਆ। ਆਸ਼ਾ ਤ੍ਰਿਸ਼ਨਾ ਚਿੰਤਾ ਡੈਣਾ ਸੁਣ ਕਿਵੇਂ ਬੜਾਮ ਕੋਲ ਅਹੰਕਾਰ ਦੈਤ ਕਿਵੇਂ ਤੰਗ ਕਰਦੇ ਹੈ। ਵਿਦਿਆ ਸਮਤਾ ਰਾਗ ਦੈਸ਼ ਨਿਵੇਸ਼ ਪੰਜ ਕਲੇਸ਼, ਇਹਨਾਂ ਤਮਾਮ ਦੁੱਖਾਂ ਦਾ ਇਹ ਦੁਖੀ ਕੀਤਾ ਹੋਇਆ। ਅਨੇਕਾਂ ਬਨਾਵਟੀ ਤਰੀਕੇ ਇਹਨਾਂ ਤੋਂ ਬਚਣ ਦੇ ਕਰਦਾ ਹੈ, ਪਰ ਦੁੱਖਾਂ ਤੋਂ ਛੁਟਕਾਰਾ ਹੁੰਦਾ ਕਿਸੇ ਦਾ ਦੇਖਿਆ ਨਹੀਂ। ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋਣ ਵਾਸਤੇ ਇੱਕੋ ਹੀ ਉਪਾਅ ਹੈ, ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਅੰਤਰਯਾਮੀ ਦੀ ਬੰਦਗੀ ਕਰਨਾ। ਤਾਂ ਤੇ ਇਸ ਵਾਸਤੇ ਹੀ ਸਾਨੂੰ ਹਜ਼ੂਰ ਐਸਾ ਫਰਮਾਉਂਦੇ ਹਨ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ,
ਸਤਿਗੁਰ ਪੂਰਾ ਜੇ ਮਿਲੇ, ਪਾਈਏ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ, ਪਾਈਏ ਸਰਬ ਪਿਆਰ। ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ। ਭਾਈ ਰੇ ਗੁਰ ਬਿਨ ਗਿਆਨ ਨ ਹੋਏ, ਪੁੱਛੋ ਬ੍ਰਹਮੇ ਨਾਰਦੇ, ਵੇਦ ਬਿਆਸੇ ਖੋਏ। ਬਾਬਾ ਅਮਰਦਾਸ ਜਿਨ੍ਹਾਂ ਦੀ ਉਮਰ ਤਕਰੀਬਨ 70-72 ਸਾਲ ਦੀ ਹੋ ਚੁੱਕੀ ਹੈ। 10 ਬਾਲਤਨ 20 श्रवण, 30 का सुंदर कहावै। 40 पर होए 85 पक्ष से 60 के वडेपा आवै। 17 का मतहीन, 80 का व्यवहार न पावै। 90 का से जासनी, मूल न जाने पवल। ਢੰਡੋਲਮ ਢੂੰਡਮ ਡਿਠਵੇਂ, ਨਾਨਕ ਜਗ ਧੂਏ ਕਾ ਧੌਲ ਹਾਰ। ਸੰਸਾਰ ਦੀ ਗਤੀ ਤਾਂ ਇਹੋ ਜਿਹੀ ਹੈ। ਆਸਮਾਨ ਦੇ ਵਿੱਚ ਜਿਵੇਂ ਧੂਏ ਦਾ ਧੌਲ ਇਕੱਠਾ ਹੁੰਦਾ ਹੈ, ਪਰ ਹਵਾ ਆਈ ਇੱਕ ਲਖਤ ਹੀ ਖਤਮ ਹੋ ਜਾਂਦਾ। ਇਸੀ ਤਰ੍ਹਾਂ ਸੰਸਾਰ ਦੀ ਗਤੀ ਹੈ। ਸੰਸਾਰ ਦੀ ਹਰ ਇੱਕ ਚੀਜ਼ ਤਬਦੀਲੀ ਪਜ਼ੀਰ ਹੈ ਔਰ ਨਾਸ਼ਵੰਤ ਹੈ, ਬਦਲਦੀ ਚਲੀ ਜਾਂਦੀ ਹੈ। ਸੋ ਪਿਛਲੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਹਨ, ਅੱਗੇ ਆਉਣ ਵਾਲੀਆਂ ਹੌਲੀ ਹੌਲੀ ਇਹ ਵੀ ਵਿਨਾਸ਼ ਨੂੰ ਪ੍ਰਾਪਤ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸੰਸਾਰ ਦੀ ਗਤੀ। ਆਪ ਜੀ ਦੀ ਉਮਰ 70-72 ਸਾਲ ਦੀ ਹੋ ਗਈ। ਭਾਵੇਂ ਜਦ ਤੋਂ ਹੋਸ਼ ਸੰਭਲੀ, ਆਪ ਜੀ ਦਾ ਸ੍ਰਿਸ਼ਟਾਚਾਰ, ਆਪ ਜੀ ਦਾ ਹਿਤ ਚੰਗੇ ਕਰਮਾਂ ਵਿੱਚ ਨਿੰਦਨੀ ਕਰਮ ਜਿਤਨੇ ਸ਼ਾਸਤਰਕਾਰਾਂ ਨੇ ਦੱਸੇ ਹਨ, ਮਦਰਾ ਮਾਹ ਜੂਆ ਠੱਗੀ ਦੁਰਾਚਾਰਾ, ਇਹਨਾਂ ਤੋਂ ਕਰੁਣਾ ਕੋ ਦੂਰ। ਔਰ 20-22 ਸਾਲ ਤੋਂ ਤਾਂ ਆਪ ਜੀ ਦੀ ਗੰਗਾ ਜੀ ਯਾਤਰਾ ਵਿੱਚ ਪ੍ਰੀਤੀ ਸੀ। ਇਉਂ ਸਮਾਂ ਗੁਜ਼ਰਦਾ ਚਲਾ ਗਿਆ। ਭਾਵੇਂ ਸਾਸੰਗ ਤੀਰਥ ਯਾਤਰਾ ਜਿਹੜੀ ਹੈ, ਸੱਚਾ ਤੀਰਥ, ਗੁਰੂ ਜੀ ਸਤਸੰਗ ਨੂੰ ਕਹਿੰਦੇ ਨੇ ਤੀਰਥ ਨਾਮਨ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੱਚਾ ਤੀਰਥ ਸਤਸੰਗ ਹੈ, ਜਿਸ ਵਿੱਚ ਮਨ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ। ਮਨ ਦੀ ਮਲ ਬਖਸ਼ੇਪ ਅਵਰਨ ਆਦਿ ਜਿਹੜੇ ਇਸ ਨੂੰ ਦੋਸ਼ ਲੱਗੇ ਹੋਏ ਨੇ, ਮੈਲ ਲੱਗੀ ਹੋਈ ਹੈ, ਇਹਦੀ ਨਿਵਰਤੀ ਦੂਰ ਹੋ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਉਂ ਜੜ ਅਤੇ ਜੰਗਮ ਦੋ ਕਿਸਮ ਦੇ ਤੀਰਥ ਜੋ ਸ਼ਾਸਤਰਕਾਰਾਂ ਨੇ ਮੰਨੇ ਹਨ। ਜੜ ਤੀਰਥ ਤਾਂ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਆਪਣੇ ਹਦੂਦ ਨੂੰ ਛੱਡ ਨਹੀਂ ਸਕਦੇ, ਪਰ ਜੰਗਮ ਤੀਰਥ ਪੈਰਾਂ ਵਾਲਿਆਂ ਨੂੰ ਯਾਨੀ ਸਤਿਪੁਰਸ਼ਾਂ ਨੂੰ ਦੱਸਿਆ ਹੋਇਆ ਹੈ। ਜੜ ਤੀਰਥ ਜਿਹੜੇ ਹਨ, ਜੰਗਮ ਤੀਰਥ ਦੀ ਚਰਨ ਧੂੜੀ ਪਰਸ ਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ। ਇਉਂ ਤਮਾਮ ਗ੍ਰੰਥ ਸ਼ਾਸਤਰ ਐਸਾ ਦੱਸਦੇ ਹਨ। ਗੁਰਬਾਣੀ ਵਿੱਚ ਵੀ ਐਸਾ ਹੀ ਕਥਨ ਇਉਂ ਆਉਂਦਾ ਹੈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਕਾਈ, ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ
गंगा जमुना गोदावरी सरस्वती ते उद्यम करें धूड़ साधु की ताई। क्यों? किल विख मैल भरे परे हमरे विच, हमरी मैल साधु की धूर गवाई। गंगा जमुना गोदावरी सरस्वती आज जो पवित्र नदियाँ मन्नियां हैं, ये जिन्हां विच इशनान करके पापी लोग अपने पाप छड्डते हैं। ये तीर्थ भी संतां की धूड़ी की इच्छा करते हैं। क्यों करते हैं? ये कहते हैं पापी लोग साढ़े च पाप छड्ड जाते हैं शरधा नाल इशनान करके। जिस वक्त वो पापां दा भार बहुता हो जाता है, असीं उसनूं झल्लण दे योग नहीं रहिंदे, फिर उन्हां नूं लाहुण वास्ते असीं संतां दी चरण धूड़ी चाहुंदे हां, ताकि वो पाप ला के होरनां नूं कुछ थोड़ी बहुती शुद्धि देण नूं समर्थ हो सकीए। इस वास्ते ही 12 साल पिछों कुंभ, 6 साल पिछों अधकुंभियाँ आदि रखियां गईयां हैं, ताकि इस बहाने बहुत सारे तत्वेते महात्मा इन्हां तीर्थां दे विच अपने इशनान के बहाने चरण पाउण और इन्हां दे भार हरन। ये मर्यादा। एक कोई महात्मा वैराग भगती ज्ञान विच विचरण वाले थां रहिंदे। एक इहा जिहा प्रेमी जिसका विश्वास गंगा जी के इशनान पर सी। कई दफ़ा उसने गंगा का इशनान किया सी, ते उहदा यह भी प्रण सी जिन्हें कदे गंगा जी का इशनान नहीं सी कीता, उहदे हथों या उहदे घरों वो कुछ खांदा पींदा नहीं सी। ये भी प्रण सी। इस साल वो इशनान वास्ते चलिया, रस्ते दे विच उसनूं सूरज का छपा हो गया। अगे घना जंगल है। सोचिया जे अगे जाने हाँ, जंगल दे विच कोई जंगली जानवर दुखदाई हो सकता है। बेहतर है आ एक आश्रम नज़र आउंदा है किसी महात्मा का, इत्थे रात कट लीए। उत्थे आ गया। शाम का वक्त उत्थे गुरु का लंगर भी चलता सी। भजन करन वाले वैराग भक्ति विच विचरण वाले महात्मा रहिंदे सन। आके उसने शाम का वक्त होया सी, लंगर की घंटी वज गई और बहुत सारे प्रेमी जिहड़े उत्थे यात्रुवाद आए सन, वो भी वो भी भोजन छकण वास्ते लंगर चले गए। ये भी चला गया। इसने भी भोजन छक लिया। भोजन छक के जब बाद विच मुखी महात्मा के पास आके बैठे, जिसने गल चलाई, महाराज आपने तो कई दफ़ा गंगा जी का इशनान किया होना है। ये महात्मा कहने लगे भी इस तो कदे भी नहीं किया। साडा विश्वास तो वैराग भगती ज्ञान पे है। बाकी साढ़े अंदर एक तीर्थ है, असीं हर वक्त उस विच चुभियां लगाने हाँ। वो किहड़ा तीर्थ है? वो आत्म तीर्थ। ये कहने लगा मैं तो कदे सुनिया नहीं। कहण लगे वो आत्म ज्ञानियां नूं ही प्राप्त होंदा है। सचता पर जाणिए या आत्म तीर्थ करे निवास, सतगुरु नूं पुछ के बह रहे करे निवास। जो आत्म तीर्थ आत्म ज्ञानियां नूं ही प्राप्त होंदा है, दूसरिਆਂ ਨੂੰ प्राप्त नहीं होंदा। जिसनों वो प्राप्त हो गया वो तीर्थों का तीर्थ बन जाता है। इउं करके महात्मा ने यह गल कही। उसनों घबराहट हुई, क्योंकि उसका विश्वास सी जिसने कदे गंगा जी का इशनान नहीं सी कीता, उसदे हथों उसके घरों कुछ खांदा पींदा नहीं सी, पर इसने इन्हां दे लंगरों रोटी खा ली। बहुत घबराहट हुई। घबराया आदमी उसकी तबीयत होर किस्म की हो जाती है। झट ही वो उस डेरे तो बाहर निकल गया। सोचता है रोटी तो भुल चुके खा बैठे, पर रात इत्थे नहीं रहना। हूँ इन्होंने कदे भी गंगा जी का इशनान नहीं किया। इतना नज़दीक रहने के बावजूद भी नज़दीक ही एक उच्चा जिहा टिब्बा सी, उसके उपर वो जाके पै जाते। गर्मी का मौसम सी। इं घबराए आदमी नूं चंगी नींद नहीं आया करती।
ਅੱਧੀ ਰਾਤ ਗੁਜ਼ਰ ਗਈ। ਅਖੀਰ ਉਹ ਵਕਤ ਹੋ ਆਇਆ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਵਕਤ, ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਕਰਨ ਦਾ ਸਮਾਂ। ਇਉਂ ਉਹ ਵਕਤ ਹੋ ਆਇਆ ਜਿਸ ਨੂੰ ਬ੍ਰਹਮ ਮੁਹੂਰਤ ਵੀ ਕਹਿੰਦੇ ਨੇ, ਅੰਮ੍ਰਿਤ ਵੇਲਾ ਵੀ ਕਹਿੰਦੇ ਹਨ। ਜਿਸ ਵਕਤ ਉਹ ਵਕਤ ਹੋਇਆ, ਕੀ ਦੇਖਿਆ? 4 ਕਾਲੇ ਰੰਗ ਦੀਆਂ ਗਊਆਂ ਉਸ ਟਿੱਬੇ ਦੇ ਪਾਸ ਦੀ ਗੁਜ਼ਰੀਆਂ। ਜਾ ਕੇ ਉਸ ਡੇਰੇ ਦੇ ਬਾਹਰਲੇ ਪਾਸੇ ਇੱਕ ਵੱਡਾ ਸਾਰਾ ਟੋਆ ਸੀ, ਜਿਸ ਵਿੱਚ ਅੰਦਰਲੇ ਇਸ਼ਨਾਨ ਆਦਿ ਕਰਨ ਵਾਲੇ ਮਹਾਤਮਾ ਦਾ ਪਾਣੀ ਉਹਦੇ ਵਿੱਚ ਗਿਰਦਾ ਸੀ। ਹਾਲਾਂਕਿ ਸਾਫ਼ ਕੁਛ ਨਹੀਂ ਸੀ, ਚਿੱਕੜ ਜਿਹਾ ਹੀ ਸੀ। ਉਹਨਾਂ ਗਊਆਂ ਨੇ ਆਪਣੇ ਆਪ ਨੂੰ ਉਸ ਚਿੱਕੜ ਵਿੱਚ ਮੱਧਿਆ ਮਾਨੋ ਇਸ਼ਨਾਨ ਕੀਤਾ। ਨਤੀਜਾ ਕੀ ਹੋਇਆ? ਉਹਦੇ ਰੰਗ ਚਿੱਟੇ ਹੋ ਗਏ। ਵਾਪਸੀ ਵਿੱਚ ਉਸਨੇ ਪੁੱਛਿਆ, ਇਹ ਸਾਰਾ ਕੌਤਕ ਦੇਖਦਾ ਰਿਹਾ, ਕਹਿਣ ਕਿ ਤੁਸੀਂ ਕੌਣ ਹੋ, ਸੱਚ ਦੱਸੋ। ਉਹਨਾਂ ਵਿੱਚੋਂ ਇੱਕ ਨੇ ਕਿਹਾ, ਅਸੀਂ 4 ਤੀਰਥਾਂ ਦੇ ਅਭਿਮਾਨੀ ਦੇਵਤਾ ਹੁੰਦੇ ਨੇ ਸਾਧ ਸੰਗਤ, ਜੋ ਸ਼ੁੱਧੀ ਦਿੰਦੇ ਹਨ। ਕਹਿਣ ਲੱਗੇ, ਅਸੀਂ 4 ਤੀਰਥਾਂ ਇਹਨਾਂ ਦੇ ਅਭਿਮਾਨੀ ਦੇਵਤਾ ਹਾਂ, ਗੰਗਾ, ਜਮਨਾ, ਗੋਦਾਵਰੀ ਔਰ ਸਰਸਵਤੀ। ਕਹਿਣ ਲੱਗਾ, ਜਿਸ ਵਕਤ ਤੁਸੀਂ ਇੱਧਰ ਨੂੰ ਗੁਜ਼ਰੇ ਤੁਹਾਡੇ ਰੰਗ ਕਾਲੇ ਕਿਉਂ ਸਨ? ਕਹਿਣਗੇ, ਪਾਪ ਦਾ ਰੰਗ ਕਾਲਾ ਹੈ। ਪਾਪੀ ਲੋਕ ਸਾਡੇ 'ਚ ਇਸ਼ਨਾਨ ਕਰਕੇ ਪਾਪ ਛੱਡ ਜਾਂਦੇ ਹਨ, ਉਹ ਸਾਨੂੰ ਚੜ੍ਹਦੇ ਹਨ, ਉਹਦਾ ਭਾਰ ਵਿਆਪਦਾ ਹੈ। ਅਸੀਂ ਉਹਨਾਂ ਨੂੰ ਲਾਹੁਣ ਵਾਸਤੇ ਸਤਿਪੁਰਸ਼ਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦੇ ਹਾਂ, ਉਹ ਲੈ ਜਾਂਦੇ ਹਨ, ਸਾਡਾ ਰੰਗ ਚਿੱਟਾ ਹੋ ਗਿਆ। ਇਸੀ ਕਰਕੇ ਇੱਥੇ ਬਹੁਤ ਸਾਰੇ ਤਤਵੇਤੇ ਮਹਾਤਮਾ ਰਹਿੰਦੇ ਹਨ, ਉਹਨਾਂ ਦੇ ਇੱਥੇ ਜਲ ਆਦਿ ਗਿਰਦਾ ਹੈ, ਜਿੱਥੇ ਉਹਦੇ ਵਿੱਚ ਅਸੀਂ ਇਸ਼ਨਾਨ ਕੀਤਾ। ਭਾਵੇਂ ਤੈਨੂੰ ਦੇਖਣ ਨੂੰ ਚਿੱਕੜ ਮਾਤਰ ਪ੍ਰਤੀਤ ਹੁੰਦਾ, ਪਰ ਉਹ ਸ਼ੁੱਧੀ ਦੇਣ ਵਾਲਾ ਹੈ। ਇਸ਼ਨਾਨ ਕੀਤਾ, ਸਾਡੇ ਰੰਗ ਚਿੱਟੇ ਹੋ ਗਏ ਨੇ, ਪਾਪ ਲੈ ਗਏ। ਇਹ ਸੁਣ ਕੇ ਉਹ ਬੜਾ ਹੈਰਾਨ ਹੋਇਆ। ਕਬੀਰ ਜੀ ਦੇ ਕਥਨ ਮੁਤਾਬਕ ਹੈ, ਕਬੀਰੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਵੱਡਾ ਕਿ ਹਰੀ ਦੇ ਦਾਸ, ਇਹਨੇ ਹਰੀ ਦੇ ਦਾਸ ਵੱਡੇ ਹਨ। ਉਸ ਦਿਨ ਤੋਂ ਉਹਦਾ ਸੰਸਾ ਦੂਰ ਹੋਇਆ, ਜੋ ਕਿ ਉਹਦੇ ਚਿੱਤ ਵਿੱਚ ਇਹ ਸੰਸਾ ਸੀ ਵੀ ਸਭ ਤੋਂ ਵੱਡੀ ਚੀਜ਼ ਤੀਰਥ ਹੀ ਹੈ, ਜੋ ਸ਼ੁੱਧੀ ਦਿੰਦੇ ਹਨ। ਤਾਂ ਤੇ ਇਹ ਤੀਰਥ ਵੀ ਸੰਤਾਂ ਦੀ ਚਰਨ ਧੂੜੀ ਨੂੰ ਲੋਚਦੇ ਹਨ। ਤੀਰਥ ਵੀ ਲੋਚਦੇ ਸੰਤਾਂ ਦੀ
ਗੁਰੂਆਂ ਸੰਤਾਂ ਦੀ ਚਰਨ ਧੂੜੀ ਨੂੰ ਤੀਰਥ ਵੀ ਚਾਹੁੰਦੇ ਹਨ। ਜੜ ਤੀਰਥ ਸੰਤਾਂ ਦੀ ਚਰਨ ਧੂੜੀ ਪਰਸ ਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ। ਪਟਨੇ ਸਾਹਿਬ ਪਹੁੰਚ ਉਹਨਾਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਹੁਤ ਸਾਰੇ ਪ੍ਰੇਮੀ ਬੈਠੇ ਹਨ। ਉਹਨਾਂ ਅਰਜ਼ ਕੀਤੀ, ਗਰੀਬ ਨਵਾਜ਼ ਇਹ ਭਾਈ ਜੈਤ ਨਾਮ ਕਰਕੇ ਇੱਕ ਸੇਠ ਜੋ ਗੁਰੂ ਜੀ ਦਾ ਸੀ, ਕਹਿਣ ਲੱਗੇ, ਮਹਾਰਾਜ ਪਟਨੇ ਦੇ ਨਾਲ ਨਾਲ ਕਿਤਨੇ ਮੀਲ ਤੱਕ ਗੰਗਾ ਜਾਂਦੀ ਹੈ। ਦੂਰੋਂ ਦੂਰੋਂ ਲੋਕ ਆ ਕੇ ਇਸ਼ਨਾਨ ਕਰਦੇ ਨੇ ਸ਼ਰਧਾ ਦੇ ਨਾਲ ਇਸ ਵਿੱਚ, ਪਰ ਅਸੀਂ ਭਾਈ ਜੈਤ ਨੂੰ ਕਈ ਦਫਾ ਕਹਿ ਚੁੱਕੇ ਹਾਂ ਤੁਸੀਂ ਵੀ ਇਸ ਵਿੱਚ ਇਸ਼ਨਾਨ ਕਰਿਆ ਕਰੋ, ਪਰ ਅਸੀਂ ਇਹਨਾਂ ਨੂੰ ਕਦੇ ਇਸ਼ਨਾਨ ਕਰਦੇ ਨਹੀਂ ਵੇਖਿਆ, ਨਾ ਇਹ ਇਸ਼ਨਾਨ ਕਰਦੇ ਹਨ, ਹੱਸ ਛੱਡਦੇ ਨੇ ਜੇ ਕਹਿੰਦੇ ਹਾਂ ਤਾਂ। ਗੁਰੂ ਜੀ ਕਹਿਣ ਲੱਗੇ, ਅੱਜ ਰਾਤ ਨੂੰ ਪਹਿਰਾ ਲਗਾ ਕੇ ਦੇਖੋ ਇਹ ਕਿਵੇਂ ਇਸ਼ਨਾਨ ਕਰਦਾ, ਕਿਉਂਕਿ ਗੁਰਸਿੱਖ ਦਾ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤਰੇ ਦੇ ਉੱਠ ਕੇ ਇਸ਼ਨਾਨ ਆਦਿ ਕਰਨ ਦਾ ਨਿਯਮ ਹੁੰਦਾ ਹੈ। ਇਸ਼ਨਾਨ ਕਰਕੇ ਫਿਰ ਭਜਨ ਵਿੱਚ ਜੁੜਨਾ ਇਹ ਉਹਦਾ ਕਰਤੱਵ ਹੈ। ਅੱਜ ਸਵੇਰੇ ਦੇਖੋ ਤਾਂ ਅਸੀਂ ਅੱਜ ਰਾਤ ਨੂੰ ਪਹਿਰੇ ਲਗਾ ਦਿੱਤੇ ਭਾਈ ਦੇ ਮਕਾਨ ਦੇ ਆਲੇ ਦੁਆਲੇ। ਜਦੋਂ ਪਹਿਰ ਸਵਾ ਪਹਿਰ ਰਾਤ ਰਹੀ ਕੀ ਦੇਖਿਆ, ਇੱਕ ਗਊ ਆਈ, ਉਸਨੇ ਆ ਕੇ ਜਿੱਥੇ ਭਾਈ ਜੈਤ ਦਾ ਗੁਸਲਖਾਨਾ ਬਣਿਆ ਸੀ ਉੱਥੇ ਕੁੰਡ ਬਣੀ ਹੋਈ ਸੀ, ਆਪਣੇ ਮੂੰਹ ਵਿੱਚੋਂ ਪਾਣੀ ਕੱਢ ਕੇ ਉਸ ਕੁੰਡ ਨੂੰ ਪਾਣੀ ਨਾਲ ਭਰ ਦਿੱਤਾ। ਵਾਪਸ ਜਾਂਦਿਆਂ ਇੱਕ ਸਿੱਖ ਨੇ ਪੁੱਛਿਆ, ਤੂੰ ਕੌਣ ਹੈ? ਉਸਨੇ ਕਿਹਾ, ਮੈਂ ਗੰਗਾ ਜੀ ਯਾਨੀ ਗੰਗਾ ਜੀ ਦਾ ਮਾਨੀ ਦੇਵਤਾ ਹਾਂ। ਕਿੱਥੇ ਗਈ ਸੀ? ਕਹਿਣ ਲੱਗੇ, ਮੈਂ ਰੋਜ਼ ਹੀ ਭਾਈ ਜੈਤ ਦਾ ਪਾਣੀ ਭਰ ਕੇ ਆਉਣੀ ਹੈ। ਉਸਦੇ ਇਸ਼ਨਾਨ ਵਾਸਤੇ ਅੱਜ ਵੀ ਪਾਣੀ ਭਰ ਕੇ ਆਈ ਹੈ। ਦਿਨੇ ਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਾਲ ਰਾਤ ਇੱਕ ਕੌਤਕ ਵਰਤਿਆ। ਗੁਰੂ ਜੀ ਕਹਿਣਗੇ, ਹਾਂ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਦੀ ਚਰਨ ਧੂੜੀ ਪਰਸ ਕੇ ਤੀਰਥ ਵੀ ਆਪਣੇ ਆਪ ਨੂੰ ਕਿਰਤਾਰਥ ਮੰਨਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਦੇ ਹਨ। ਇਸ ਕਰਕੇ ਸੱਚਾ ਤੀਰਥ ਜੋ ਹੈ ਸਤਸੰਗ ਹੈ। ਮਹਾਂਪੁਰਸ਼ਾਂ ਦੀ ਚਰਨ ਧੂੜੀ ਜੜ ਤੀਰਥਾਂ ਨੂੰ ਵੀ ਪਵਿੱਤਰ ਕਰਦੀ ਹੈ। ਬਾਬਾ ਅਮਰਦਾਸ ਜੀ ਨੇ 20-22 ਸਾਲ ਤੀਰਥ ਯਾਤਰਾ ਗੰਗਾ ਜੀ ਦੀ ਯਾਤਰਾ ਕੀਤੀ, ਪਰ ਅਜੇ ਤੱਕ ਗੁਰੂ ਸ਼ਰਨ ਪ੍ਰਾਪਤ ਨਹੀਂ ਸੀ ਹੋਈ। ਇੱਕ ਕਰਮਕਾਂਡੀ ਬ੍ਰਹਮਚਾਰੀ ਪਾਮਿਸਟ ਉਸ ਦਾ ਮਿਲਾਪ ਹੋਇਆ। ਉਸ ਦੇ ਪੁੱਛਣ 'ਤੇ ਪਤਾ ਲੱਗਾ ਵੀ ਮੈਂ ਅਜੇ ਤੱਕ ਨਿਗੁਰਾ। ਉਹਨੇ ਕਿਹਾ, ਬਾਬਾ ਜੀ ਨਿਗੁਰੇ ਪੁਰਸ਼ ਦੀ ਤਾਂ ਗਤੀ ਹੋ ਹੀ ਨਹੀਂ ਸਕਦੀ। ਨਿਗੁਰੇ ਪੁਰਸ਼ ਦੀ ਗਤੀ ਤਾਂ ਕਿਤੇ ਰਹੀ, ਉਹਨੂੰ ਤਾਂ ਅੱਗੇ ਮਨੁੱਖਾਂ ਦੇ ਵੀ ਨਹੀਂ ਮਿਲਦੀ, ਬਲਕਿ ਕਾਵਾਂ ਕੁੱਤਿਆਂ ਖੋਤਿਆਂ ਗਧਿਆਂ ਦੀਆਂ ਜੂਨੀਆਂ ਮਿਲਣਗੀਆਂ। ਜਿਹੜੇ ਨਿਗੁਰੇ ਪੁਰਸ਼ ਹਨ ਮਾਨੁਖ ਦੇ ਵੀ ਉਹਨਾਂ ਨੂੰ ਨਹੀਂ ਮਿਲ ਸਕੇਗੀ। ਇਉਂ ਕਹਿੰਦੇ ਹਨ, ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ ਜਿਨ੍ਹਾਂ ਨੇ ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਜਿਨ੍ਹਾਂ ਨੇ ਉਤਾਰਿਆ।
ਗੁਰਮੰਤਰ ਹੀਣਸ ਜੋ ਪ੍ਰਾਣੀ ਧਿਰਗੰਤ ਜਨਮ ਭ੍ਰਿਸ਼ਟਣ ਹੈ। ਸ਼ੂਕਰੈ ਕੂਕਰੈ ਗਿਰਦੈ ਸਰਪਣੈ ਕਾਕੈ ਤੁਲਖਲ ਹੈ। ਗੁਰਮੰਤਰ ਤੋਂ ਹੀਣਾ ਨਗੁਰਾ ਜੋ ਪੁਰਸ਼ ਹੈ, ਉਹਦਾ ਜਨਮ ਧਿਕਾਰ ਯੋਗ ਹੈ। ਉਸ ਨੂੰ ਅੱਗੇ ਮਾਨੁਖ ਦੇਵ ਨਹੀਂ ਮਿਲਦੀ। ਕਾਂ ਕੁੱਤੇ ਖੋਤੇ ਆਦਿ ਇਹੀਆਂ ਜੋਨੀਆਂ ਵਿੱਚ ਉਸ ਨੂੰ ਦੁਖੀ ਹੋਣਾ ਪੈਂਦਾ ਹੈ। ਸਵਾਲ ਪੈਦਾ ਕੀਤਾ ਜੀ, ਈਸ਼ਵਰੀ ਕਾਨੂੰਨ ਹੈ। ਜਿਹੜੇ ਪੁੰਨ ਕਰਮ ਕਰਦੇ ਨੇ ਉਹਦਾ ਫਲ ਸੁੱਖ ਹੈ, ਪਾਪ ਕਰਮਾਂ ਦਾ ਫਲ ਦੁੱਖ ਹੈ। ਈਸ਼ਵਰੀ ਕਾਨੂੰਨ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ। ਜਿਹੜੇ ਨਗੁਰੇ ਰਹਿ ਕੇ ਪੁੰਨ ਕਰਮ ਕਰਦੇ ਨੇ ਉਹਨਾਂ ਦਾ ਫਲ ਸੁੱਖ ਕੌਣ ਭੋਗੇਗਾ ਅਗਰ ਉਹਨਾਂ ਨੂੰ ਮਨੁੱਖਾ ਦੇਹ ਨਹੀਂ ਮਿਲੇ। ਕਹਿਣ ਲੱਗੇ ਠੀਕ ਹੈ, ਈਸ਼ਵਰੀ ਕਾਨੂੰਨ ਨੂੰ ਕੋਈ ਭੰਗ ਨਹੀਂ ਕਰ ਸਕਦਾ। ਪੁੰਨ ਕਰਮਾਂ ਦਾ ਫਲ ਹੋਰ ਕਿਸੇ ਜੋਨੀ ਵਿੱਚ ਪਾ ਲੈਣਗੇ। ਉਹ ਕੁੱਤਿਆਂ ਦੀ ਬੜੀ ਸੇਵਾ ਹੁੰਦੀ ਦੇਖੀ ਗਈ, ਘੋੜਿਆਂ ਦੀ, ਪਸ਼ੂਆਂ ਦੀ, ਹੋਰ ਅਨੇਕਾਂ ਜੋਨੀਆਂ ਵਿੱਚ ਬੜੀ ਸੇਵਾ ਹੁੰਦੀ ਦੇਖੀ ਗਈ। ਉਹਨਾਂ ਨੇ ਨਗੁਰੇ ਰਹਿ ਕੇ ਪੁੰਨ ਕਰਮ ਕੀਤੇ ਹੋਏ ਸਾਬਤ ਹੁੰਦੇ ਹੈ। ਪਰ ਨਗੁਰੇ ਪੁਰਸ਼ ਨੂੰ ਤਾਂ ਮਨੁੱਖਾ ਦੇ ਵੀ ਨਹੀਂ ਮਿਲਦੀ। ਜਿਹੜੀ ਗਤੀ ਕਹੀਏ ਤਮਾਮ ਦੁੱਖਾਂ ਤੋਂ ਬਰੀ ਹੋ ਜਾਣਾ ਹੁੰਦਾ ਹੈ। ਜਿੱਥੇ ਦੁਖੀ ਕੋਈ ਨਾ ਰਹਿ ਜਾਏ, ਹੋਰ ਕਿਸੇ ਸੁਖ ਦੀ ਇੱਛਾ ਹੀ ਬਾਕੀ ਨਾ ਰਹਿ ਜਾਏ, ਉਹ ਪੁਰਸ਼ ਹੈ, ਉਹ ਅਵਸਥਾ ਹੈ ਮੁਕਤ। ਉਹ ਤਾਂ ਗੁਰੂ ਤੋਂ ਬਿਨਾਂ ਕੈਸੇ ਪ੍ਰਾਪਤ ਹੋਵੇ। ਬਾਬਾ ਅਮਰਦਾਸ ਜੀ ਨੂੰ ਉਸ ਪੰਡਤ ਨੇ ਬਹੁਤ ਤਰੀਕੇ ਸਿਰ ਇਹ ਗੱਲ ਅੱਛੀ ਤਰ੍ਹਾਂ ਚਿੱਤ ਵਿੱਚ ਬਿਠਾ ਦਿੱਤੀ ਵੀ ਗੁਰੂ ਬਿਨਾਂ ਗਤ ਨਹੀਂ। ਗੁਰੂ ਬਿਨਾਂ ਕਦੇ ਵੀ ਜਨਮਣ ਦੀ ਨਿਵਰਤੀ ਨਹੀਂ। ਆਪ 70-72 ਸਾਲ ਦੀ ਆਯੂ ਵਿੱਚ ਹੋ ਚੁੱਕੇ ਹੋ, ਪਰ ਅਜੇ ਤੱਕ ਆਪ ਨਗੁਰੇ ਹੀ ਹੋ। ਅਚਰਜ ਬਾਤ ਹੈ। ਕੀ ਪਤਾ ਕਾਲ ਨੇ ਕਦ ਝਪੱਟਾ ਮਾਰਨਾ ਹੈ। ਅਗਰ ਨਗੁਰੇ ਪੁਰਸ਼ ਦਾ ਸਰੀਰ ਪਾਤ ਹੋ ਗਿਆ, ਅੰਤ ਹੋ ਗਿਆ, ਅੱਗੇ ਮਾਨੁਖ ਦੇ ਵੀ ਨਹੀਂ ਮਿਲਣੀ। ਉਸ ਦਿਨ ਤੋਂ ਆਪ ਨੂੰ ਜ਼ਬਰਦਸਤ ਲੱਗਣ ਲੱਗੀ। ਜ਼ਬਰਦਸਤ ਲੱਗਣ ਦੇ ਕਾਰਨ ਦਿਨ ਰਾਤ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਨਾ ਖਾਣਾ ਚੰਗਾ ਲੱਗਦਾ ਹੈ, ਨਾ ਪਹਿਨਣਾ ਚੰਗਾ ਲੱਗਦਾ ਹੈ। ਇਹੀ ਧੁਨ ਹੈ, ਗੁਰੂ ਨੂੰ ਕਿੱਥੋਂ ਢੂੰਢਾਂ। ਮੈਨੂੰ ਨਹੀਂ ਪਤਾ ਗੁਰੂ ਕਿਹਾ ਜਿਹਾ ਹੁੰਦਾ ਹੈ, ਗੁਰੂ ਦੇ ਲੱਛਣ ਕਿਹੋ ਜਿਹੇ ਹੁੰਦੇ ਹਨ, ਕਿੱਥੇ ਰਹਿੰਦਾ ਹੈ। ਇਸ ਗੱਲ ਦਾ ਕੋਈ ਪਤਾ ਨਹੀਂ। ਹੋ ਆਪਦੇ ਚਿੱਤ ਵਿੱਚ ਜ਼ਬਰਦਸਤ ਲੱਗਣ ਲੱਗੀ ਹੈ। ਨੀਂਦ ਵੀ ਚੰਗੀ ਨਹੀਂ ਆਉਂਦੀ। ਗਰਮੀ ਦਾ ਮੌਸਮ ਹੈ, ਸਖਤ ਲੂਆਂ ਚੱਲਦੀਆਂ ਹਨ, ਲੋਕ ਕੋਠਿਆਂ 'ਤੇ ਚੜ੍ਹ ਪੈਂਦੇ। ਆਪ ਨੇ ਵੀ ਆਪਣਾ ਮੰਜਾ ਇਸ ਵਕਤ ਹੀ ਕੋਠੇ 'ਤੇ ਚੜ੍ਹਾ ਲਿਆ, ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾਂਦਾ। ਮਨਾਂ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪਾ ਵੀ 60 ਤੋਂ ਉੱਪਰ 70-72 ਸਾਲ ਦੀ ਉਮਰ ਹੋ ਗਈ। ਪਤਾ ਨਹੀਂ ਕਈ ਦਿਨ ਬਾਕੀ ਹਨ ਕਿ ਨਹੀਂ।
ਅਗਰ ਨੁਗਰੇ ਪੁਰਸ਼ ਦਾ ਸਰੀਰ ਅੰਤ ਹੋ ਗਿਆ, ਅੱਗੇ ਮਾਨੁਖ ਦੇਵ ਨਹੀਂ ਮਿਲਣੀ। ਮਨੁੱਖਾਂ ਦੇ ਧਾਰੀ ਵਿਅਰਥ ਗਈ, ਇਤਨਾ ਪੁਰਸ਼ਾਰਥ ਐਵੇਂ ਗਿਆ। ਇਹ ਸੋਚ ਕੇ ਆਪ ਦੀ ਨੀਂਦ ਉਚਾਟ ਹੋ ਜਾਂਦੀ ਹੈ। ਪਹਿਰ ਰਾਤ ਗੁਜ਼ਰ ਗਈ, ਅੱਧੀ ਰਾਤ ਗੁਜ਼ਰ ਗਈ, ਅਖੀਰ ਉਹ ਵਕਤ ਹੋ ਆਇਆ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ, ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਨ ਦਾ ਸਮਾਂ। ਜਿਹੜੇ ਇਉਂ ਕਰਦੇ ਨੇ ਉਹਨਾਂ ਦਾ ਫਲ ਗੁਰੂ ਜੀ ਇਉਂ ਦੱਸਦੇ ਹਨ। ਕਰ ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ। ਕਰ ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ ਜੀ। ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ। ਕੋਟ ਬਿਘਨ ਲਾਥੇ ਪਰਵ ਸ਼ਰਨ ਪ੍ਰਗਟੇ ਭਲੇ ਸੰਜੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਭਜਨ ਕਰਨ ਵਾਲੇ ਪੁਰਸ਼ ਜੋ ਹਨ, ਉਹਨਾਂ ਦੇ ਮਨ ਔਰ ਤਨ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਤੀਸਰੀ ਗੱਲ, ਉਹਨਾਂ ਦੀ ਕਿਸਮਤ ਆਲਾ ਬਣਦੀ ਹੈ, ਯਾਨੀ ਬੁਰੀ ਕਿਸਮਤ ਜਿਹੜੇ ਰਸਤੇ ਵਿੱਚ ਵਿਘਨ ਰੂਪ ਗੱਲਾਂ ਹਨ, ਦੂਰ ਹੋ ਕੇ ਉਹ ਚੰਗੀ ਹੁੰਦੀ ਹੈ। ਉਹ ਵਕਤ ਹੋ ਆਇਆ ਜਿਹਾ ਜਿਹਾ ਭਗਤੀ ਕਰਨ ਦਾ ਅਧਿਕਾਰ ਆਦਮੀਆਂ ਨੂੰ ਹੈ, ਉਹ ਜਿਹਾ ਇਸਤਰੀ ਜਾਮੇ ਨੂੰ ਵੀ ਗੁਰੂ ਘਰ ਦੇ ਵਿੱਚ ਇੱਕੋ ਜਿਹਾ ਅਧਿਕਾਰ ਰੱਖਿਆ ਗਿਆ ਹੈ। ਕਈ ਕੁ ਮਤ ਮਤਾਂਤਰ ਕਹਿੰਦੇ ਹਨ ਇਸਤਰੀ ਜਾਮੇ ਦੀ ਕਲਿਆਣ ਸਿੱਧੀ ਇਸ ਜਾਮੇ ਵਿੱਚ ਨਹੀਂ ਹੁੰਦੀ, ਅੱਗੇ ਮਨੁੱਖ ਦੇ ਮਿਲੇਗੀ, ਫਿਰ ਉਸ ਵਿੱਚ ਗਿਆਨ ਔਰ ਫਿਰ ਜਨਮਣ ਦੀ ਨਿਵਰਤੀ ਹੋਏਗੀ। ਪ੍ਰਸ਼ਾਸਨ ਇਹ ਗੱਲ ਜਿਹੜੀ ਹੈ ਵਿਚਾਰ ਦੀ ਕਸੌਟੀ 'ਤੇ ਗਲਤ ਬੈਠਦੀ ਹੈ। ਇਹਨੇ ਵਿਚਾਰ ਦੀ ਕਸੌਟੀ 'ਤੇ ਸਿੱਧ ਨਹੀਂ ਹੁੰਦੀ ਹੈ।
ਜੇਕਰ ਦੇਖਿਆ ਜਾਵੇ ਪ੍ਰਾਚੀਨ ਜ਼ਮਾਨੇ ਵੱਲ ਨਿਗਾਹ ਮਾਰ ਕੇ ਦੇਖੋ, ਰਾਣੀ ਚੁੜਾਲਾ ਜਿਸਨੇ ਸਿਖਰ ਤੁਜ ਜੈਸੇ ਰਾਜੇ, ਜੋ ਉਸਦਾ ਪਤੀ ਸੀ, ਕਿੰਨੀਆਂ ਮੁਸ਼ਕਲਾਂ ਨਾਲ ਗਿਆਨ ਕੀਤਾ, ਆਪ ਗਿਆਨਵਾਨ ਸੀ। ਤੇ ਦੂਸਰੇ ਰਾਣੀ ਮੰਦਾਲਸਾ ਵੀ ਗਿਆਨਵਾਨ ਸੀ, ਜਿਸਨੇ ਇਹ ਪ੍ਰਣ ਕੀਤਾ ਸੀ ਜਿਹੜਾ ਬੱਚਾ ਮੇਰੀ ਕੁੱਖੋਂ ਜਨਮੇਗਾ ਉਹ ਹੋਰ ਕਿਸੇ ਮਾਤਾ ਦੇ ਕੁੱਖ ਵਿੱਚ ਨਹੀਂ ਜਾਏਗਾ, ਇਹਨੇ ਜਨਮਣ ਦੇ ਚੱਕਰ 'ਚ ਨਹੀਂ ਆਏਗਾ। ਉਹਦਾ ਸੰਕਲਪ ਐਸਾ ਹੀ ਪੂਰਾ ਹੋਇਆ। ਫਿਰ ਗਾਰਗੀ ਜੈਸੀਆਂ ਬੀਤਰਾਗ ਰਾਜ ਪੰਡਤ ਦੀ ਲੜਕੀ, ਜਿਸਨੇ ਸ਼ਾਦੀ ਨਹੀਂ ਕਰਾਈ, ਵਾਹਿਗੁਰੂ ਦੀ ਭਗਤੀ ਕਰਕੇ ਉਹ ਬੀਤਰਾਗ ਹੋਈ। ਬੜੇ ਬੜੇ ਰਾਜੇ ਰਾਣੇ ਉਸ ਤੋਂ ਸਿੱਖਿਆ ਲੈ ਕੇ ਜਨ ਸਫਲਾ ਕਰਦੇ ਰਹੇ, ਉਹ ਬ੍ਰਹਮ ਗਿਆਨਣ ਹੋਈ। ਗੁਰੂ ਘਰ ਦੇ ਵਿੱਚ ਮਾਈ ਭਾਗੋ ਜੈਸੀਆਂ ਬ੍ਰਹਮ ਗਿਆਨਣਾ ਹੋਈਆਂ ਹਨ। ਇਹ ਕੈਸੇ ਹੋ ਸਕਦਾ ਵੀ ਅੱਗੇ ਮਨੁੱਖਾਂ ਦੇ ਮਿਲੇਗੀ, ਇਸ ਇਸਤਰੀ ਜਾਮੇ ਵਿੱਚ ਕਲਿਆਣ ਨਹੀਂ ਹੋ ਸਕਦੀ। ਇਹ ਗੱਲ ਫਜ਼ੂਲ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰਬਾਣੀ ਬੜੀ ਸੁਖੈਨ ਹੈ। ਸੁਖੈਨ ਤੇ ਸੁਖੈਨ ਅਧਿਕਾਰੀ ਹੋਣਾ ਚਾਹੀਦਾ, ਹਰ ਇੱਕ ਦੇ ਸਮਝ ਆ ਜਾਂਦੀ ਹੈ। ਵੇਦਵਾਣੀ ਸੰਸਕ੍ਰਿਤ ਵਿੱਚ ਹੋਣ ਕਰਕੇ ਮੁਸ਼ਕਿਲ ਹੈ। ਹਰ ਇੱਕ ਦਾ ਅਧਿਕਾਰ ਨਹੀਂ। ਕੋਈ ਤੀਛਣ ਬੁੱਧ ਵਾਲਾ ਬੜੀ ਦੇਰ ਵਿੱਚ ਉਸ ਦਾ ਅਧਿਐਨ ਕਰਦਾ ਹੈ, ਫਿਰ ਦੂਜਿਆਂ ਨੂੰ ਸਮਝਾ ਸਕਦਾ ਹੈ। ਪਰ ਗੁਰਬਾਣੀ ਗੁਰੂ ਜੀ ਨੇ ਆਪਣੀ ਮਾਦਰੀ ਭਾਸ਼ਾ ਵਿੱਚ ਉਚਾਰਨ ਕਰਕੇ ਸਭ ਦੇ ਵਾਸਤੇ ਅਧਿਕਾਰ ਰੱਖਿਆ। ਸੋ ਇਉਂ ਇਹ ਬਚਨ ਆਉਂਦੇ ਨੇ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਕਿਤਨੇ ਸਪਸ਼ਟ ਹਨ ਅਰਥ। ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ, ਦਿਹਾੜੀ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ? ਜਿਸਨੇ ਮਨੁੱਖ ਤੋਂ ਪਸ਼ੂ ਪ੍ਰੇਤ ਤੋਂ ਦੇਵ ਕਰਕੇ ਦੇਵਤੇ ਬਣਾ ਦਿੱਤੇ। ਸਾਧ ਸੰਗ ਮਨੁੱਖਾਂ ਵਿੱਚ ਹੈਵਾਨ ਵੀ ਹਨ, ਮਨੁੱਖਾਂ ਵਿੱਚ ਸ਼ੂਕਰ ਕੂਕਰ ਵੀ ਹਨ, ਮਨੁੱਖਾਂ ਦੇ ਵਿੱਚ ਭੂਤ ਪ੍ਰੇਤ ਵੀ ਹਨ, ਮਨੁੱਖਾਂ ਦੇ ਵਿੱਚ ਦੇਵਤੇ ਵੀ ਹਨ। ਜਿਹੋ ਜਿਹਾ ਕਿਸੇ ਦਾ ਸੁਭਾਵ ਹੈ ਵੈਸਾ ਉਸ ਨੂੰ ਦਰਜਾ ਮਿਲਦਾ ਹੈ। ਹੱਡ ਚੰਮ ਦਾ ਨਾਮ ਨਿਰਾਪੁਰਾ ਮਨੁੱਖ ਨਹੀਂ ਹੈ, ਇਹ ਤਾਂ ਗੁਣਾਂ ਦਾ ਨਾਮ ਹੈ। ਹਾਂ, ਜਿਸ ਇਨਸਾਨ ਦੀ ਜ਼ਿੰਦਗੀ ਸਿਰਫ ਖਾਣ ਪੀਣ ਤੱਕ ਹੀ ਮਹਿਦੂਦ ਹੈ, ਇਦੋਂ ਜ਼ਿਆਦਾ ਕੁਛ ਵੀ ਨਹੀਂ, ਉਸ ਨੂੰ ਹੈਵਾਨਾਂ ਦਾ ਦਰਜਾ ਦਿੱਤਾ ਜਾਂਦਾ। ਹੈਵਾਨ ਪਸ਼ੂ ਜਿਹੜੇ ਹਨ ਉਹ ਵੀ ਗੰਦਮੰਦ ਖਾ ਕੇ ਆਪਣਾ ਪੇਟ ਭਰ ਹੀ ਲੈਂਦੇ ਹਨ। ਜੇ ਇਨਸਾਨ ਦੀ ਜ਼ਿੰਦਗੀ ਸਿਰਫ ਪੇਟ ਭਰਨ ਤੱਕ ਹੀ ਮਹਿਦੂਦ ਹੈ, ਇਹੀ ਸਮਝਿਆ ਇਸ ਨੇ
हैवानां तो ज़्यादा की होया फिर, उसनूं हैवानी जिंदगी कथन कीता है। बाकी शूकर कूकर जिन्हां लोगों का सुभाव लड़ाई पढ़ाई तक ही महदूद है, उन्हों का दर्जा शूकरां कूकरां विच है, क्योंकि शूकर तो कूकर कुत्ते का वो भी लड़ाई पढ़ाई करी ही जाते हैं हर वक्त, उन्होंने सुभाव भी ऐसा बने। सो इहो जे लोगों का ना दर्जा शूकरां कूकरां च है। तीसरे दर्जे के वो लोग जिहड़े बहुते हुशियार चालाक ते लोगों नूं छड़न वाले हैं, उन्होंने भूतां प्रेतां का दर्जा दिता जाता है, क्योंकि भूत प्रेत छड़िया हुंदा है बहुता। यूँ यहो जे लोग जिहड़े हैं उन्होंने भूतां प्रेतां का दर्जा दिता जाता है। पर ये जिहड़े तीन सुभाव मिले हैं इंसान नूं ओपरे हैं, सिर्फ कुछ कार्य सिद्धि वास्ते मिले हुए हैं। असली सुभाव इंसान का जीव का जिहड़ा है देवत सुभाव है, जिहदे विच वाहिगुरू की भगती, दैवी गुण, सत्संतोख दया, धर्म विचार, शांति, खिमा, धीरज, ब्रह्म ज्ञान आदि पाए जाते होण, उसनूं देवता कहा जाता है। देवत सुभाव जिहड़ा यही परम सुखदाई सुभाव है। जिसनूं इहो जिहा सुभाव प्राप्त हो जाए वो मानव शरीर विच हुंदा देवतियां भी उच्चा बल्कि ईश्वर रूप है। यूँ करके परम सुखदाई सुभाव है। जिहड़ा इहो जिहा परम सुखदाई सुभाव बख्श देवे, इहो जे गुरु ते 100 वारी बलिहारे जाण दिहाड़ी विच सासंग बहुत ही थोड़ा है। बलिहारी गुर अपने दिहाड़ी सदवार, जिन मानस ते देवते किए करत न लागी वाह। कन्ना द्वारा होके ये बाणी हिरदे विच पहुँची, आपदी बुद्ध ने झट विचार कर लिया। साध संगत हाँ हैरान हो गए भी आश्चर्य गल है, जिहड़ी गल पंडित ने मैनू कही सी भी गुरु बिना गत नहीं, इन्हां बचनां विच भी गुरु की महत्ता आउंदी है। चंदा उगवै सूरज चढ़े हजार, इते चानण होंदियां गुर बिन घोर अंधार। आसमान विच 1000 सूरज 100 चंद्रमा 1 लख चढ़ जावे, इतनी रोशनी हो जावे, इतनी रोशनी होने के बावजूद इंसान के अंदर एक इहो जिहा अंधेरा है
ਜਿਸ ਨੂੰ ਇਤਨੀ ਰੋਸ਼ਨੀ ਵੀ ਉਸ ਅੰਧੇਰੇ ਨੂੰ ਦੂਰ ਕਰਨ ਨੂੰ ਸਮਰੱਥ ਨਹੀਂ। ਜਿਸ ਦੀ ਬਾਬਤ ਕਥਨ ਕੀਤਾ, ਅੰਧਕਾਰ ਸੁ ਕਬੂ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਉਸ ਅਗਿਆਨ ਦੇ ਹਨੇਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ ਹੈ, ਦੋਵੇਂ ਠੇਡੇ ਖਾਂਦੇ ਹਨ, ਕੋਈ ਵੀ ਸੁਖੀ ਨਹੀਂ ਹੈ। ਜਿੰਨੀ ਦੇਰ ਤੱਕ ਗੁਰੂ ਗਿਆਨ ਦੀ ਰੋਸ਼ਨੀ ਇਸ ਨੂੰ ਮਿਲਦੀ ਨਹੀਂ, ਇਹ ਹਰਗਿਜ਼ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਵੀ ਗੁਰੂ ਦੀ ਅਜ਼ਹਦ ਜ਼ਰੂਰਤ ਹੈ। ਇਹ ਬਚਨ ਵੀ ਆਪ ਦੇ ਅੱਛੀ ਤਰ੍ਹਾਂ ਸਮਝ ਆ ਗਏ। ਇਸੀ ਤਰ੍ਹਾਂ ਇਸ ਵਿਸ਼ੇ 'ਤੇ ਆਪ ਨੂੰ ਜਿਹੜੇ ਬਚਨ ਆਉਂਦੇ ਨੇ ਅੱਛੀ ਤਰ੍ਹਾਂ ਸਮਝ ਆਉਂਦੇ ਨੇ, ਕਿਉਂਕਿ ਆਪ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਅੱਗੇ ਬਚਨ ਆਉਂਦਾ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮੇ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਹਰ ਇਨਸਾਨ ਨੂੰ ਨੇੜੇ ਤੇ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਨਾਲੋਂ ਵੀ ਨਜ਼ਦੀਕ ਤਰ ਵਸਤੂ ਹੈ, ਪਰ ਉਸ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਗੁਰੂ ਕਿਰਪਾ ਤੋਂ ਬਿਨਾ ਉਸ ਨੂੰ ਕਿਸੇ ਨੇ ਅੱਜ ਤੱਕ ਪਾਇਆ ਨਹੀਂ। ਹਾਂ, ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕੀਤਾ ਹੈ ਉਹੀ ਕਿਰਤਾਰਥ ਹੋਏ ਹਨ, ਉਹੀ ਪਰਮ ਸੁਖੀ ਹੋਏ ਹਨ, ਕਿਉਂਕਿ ਗੁਰੂ ਨੇ ਉਸ ਨੂੰ ਸਹੀ ਕੀਤਾ ਹੈ, ਅੰਦਰ ਆਪਣੇ ਅੰਦਰ ਪ੍ਰਗਟ ਕੀਤਾ ਹੈ, ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਸੋ ਇਹ ਬਚਨ ਵੀ ਆਪ ਦੇ ਸਮਝ ਆ ਗਿਆ। ਅਖੀਰ ਪਾਠ ਕਰਦੇ ਕਰਦੇ 12ਵਾਂ ਸ਼ਲੋਕ ਆ ਜਾਂਦਾ ਹੈ, ਜਿਹਦੇ ਵਿੱਚ ਫਿਰ ਜ਼ੋਰਦਾਰ ਪੁਸ਼ਟੀ ਇਉਂ ਹੁੰਦੀ ਹੈ, ਗੁਰ ਬਿਨ ਗਿਆਨ ਨ ਹੋਏ, ਗੁਰ ਬਿਨ ਗਿਆਨ ਨ ਹੋਏ, ਗੁਰ ਬਿਨ ਗਿਆਨ ਨ ਹੋਏ, ਗੁਰ ਬਿਨ ਗਿਆਨ ਨ ਹੋਏ।